सत श्री अकाल दोस्तों, मैं धनवंत सिंह अपने YouTube चैनल DCAS ਧਨਵੰਤ ਕੰਪਿਊਟਰ ਐਂਡ ਆਰਟਿਸਟਿਕ ਸਕਿੱਲਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਹੈ ਉਹ ਹੈ ਬਲੈਂਡਡ ਲਰਨਿੰਗ। ਬਲੈਂਡਡ ਲਰਨਿੰਗ ਦੇ ਅੰਦਰ ਅਸੀਂ ਕਿਹੜੀਆਂ ਗੱਲਾਂ ਡਿਸਕਸ ਕਰਾਂਗੇ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਆਪਾਂ ਬਲੈਂਡਡ ਲਰਨਿੰਗ ਦੀ ਇੰਟਰੋਡਕਸ਼ਨ ਸਮਝਾਂਗੇ, ਭਾਵ ਬਲੈਂਡਡ ਲਰਨਿੰਗ ਕੀ ਹੁੰਦੀ ਹੈ। ਉਸ ਤੋਂ ਬਾਅਦ ਸਾਨੂੰ ਨੀਡ ਆਫ ਬਲੈਂਡਡ ਲਰਨਿੰਗ ਦੀ ਸਾਨੂੰ ਲੋੜ ਕਿਉਂ ਹੈ। ਉਸ ਤੋਂ ਬਾਅਦ ਬੈਨੀਫਿਟਸ ਐਂਡ ਕੰਸਟ੍ਰੇਂਟਸ ਆਫ ਬਲੈਂਡਡ ਲਰਨਿੰਗ, ਯਾਨੀ ਬਲੈਂਡਡ ਲਰਨਿੰਗ ਦੇ ਸਾਨੂੰ ਕੀ ਫਾਇਦੇ ਹਨ ਤੇ ਬਲੈਂਡਡ ਲਰਨਿੰਗ ਦੇ ਵਿੱਚ ਕਿਹੜੀਆਂ ਰੁਕਾਵਟਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ, ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਟਾਈਪਸ ਆਫ ਬਲੈਂਡਡ ਲਰਨਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੂਟੇਬਿਲਿਟੀ ਵਿਦ ਰਿਸਪੈਕਟ ਟੂ ਸਕਿੱਲ ਟ੍ਰੇਨਿੰਗ, ਭਾਵ ਬਲੈਂਡਡ ਲਰਨਿੰਗ ਸਕਿੱਲ ਟ੍ਰੇਨਿੰਗ ਦੇ ਵਿੱਚ ਕੀ ਮਹੱਤਤਾ ਰੱਖਦੀ ਹੈ, ਕਿਸ ਤਰ੍ਹਾਂ ਫਾਇਦੇਮੰਦ ਸਾਬਤ ਹੁੰਦੀ ਹੈ, ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਟ੍ਰੈਡੀਸ਼ਨਲ ਲਰਨਿੰਗ ਦੀ। ਟ੍ਰੈਡੀਸ਼ਨਲ ਲਰਨਿੰਗ ਤੋਂ ਸਾਡਾ ਭਾਵ ਹੈ ਜੋ ਪੁਰਾਣੇ ਸਮੇਂ ਤੇ ਪੁਰਾਤਨ ਸਮੇਂ ਤੋਂ ਲਰਨਿੰਗ ਕਨਸੈਪਟ ਅਸੀਂ ਦੇਖਦੇ ਹਾਂ। ਸਿੱਖਣ ਦੇ ਜਿਹੜੇ ਕਨਸੈਪਟ ਹੈ, ਇੱਕ ਡਾਇਗ੍ਰਾਮ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਇਹ ਹੈ ਟ੍ਰੈਡੀਸ਼ਨਲ ਲਰਨਿੰਗ ਕਨਸੈਪਟ, ਭਾਵ ਤੁਸੀਂ ਡਾਇਗ੍ਰਾਮ 'ਚ ਦੇਖ ਪਾ ਰਹੇ ਹੋ ਫੇਸ ਟੂ ਫੇਸ ਕਮਿਊਨੀਕੇਸ਼ਨ ਬਿਟਵੀਨ ਦ ਟੀਚਰ ਐਂਡ ਦ ਸਟੂਡੈਂਟ, ਭਾਵ ਟੀਚਰ ਤੇ ਸਟੂਡੈਂਟ ਜਿਹੜੇ ਹੈ ਉਹ ਆਮੋ ਸਾਹਮਣੇ ਨੇ। ਟੀਚਰ ਪੜ੍ਹਾ ਰਿਹਾ ਹੈ, ਸਟੂਡੈਂਟ ਸੁਣ ਰਹੇ ਨੇ ਤੇ ਆਬਜ਼ਰਵੇਸ਼ਨ ਜਿਹੜੀ ਟੀਚਰ ਨੂੰ ਹੋ ਰਹੀ ਹੈ, ਫੀਡਬੈਕ ਮਿਲ ਰਹੀ ਹੈ। ਟੀਚਰ ਕਨਸੈਪਟ ਨੂੰ ਸਮਝਾਉਂਦਾ ਹੈ, ਸਟੂਡੈਂਟਸ ਉਸ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਟੀਚਰ ਨੂੰ ਕੁਐਸਚਨ ਪੁੱਟ ਕਰਦੇ ਹਨ, ਟੀਚਰ ਉਹਨਾਂ ਕੁਐਸਚਨਸ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਨਸੈਪਟ ਨੂੰ ਅਸੀਂ ਕਹਿੰਦੇ ਹਾਂ ਟ੍ਰੈਡੀਸ਼ਨਲ ਲਰਨਿੰਗ। ਇਹਦੇ ਵਿੱਚ ਤੁਸੀਂ ਆਪਣੀ ਐਗਜ਼ਾਮਪਲ ਲੈ ਸਕਦੇ ਹੋ। ਤੁਸੀਂ ਕਲਾਸਰੂਮ ਦੇ ਵਿੱਚ ਪ੍ਰੈਕਟੀਕਲ ਕਰਵਾ ਰਹੇ ਹੋ ਜਾਂ ਥਿਊਰੀ ਕਨਸੈਪਟ ਸਮਝਾ ਰਹੇ ਹੋ ਤਾਂ ਤੁਹਾਡਾ ਜਿਹੜਾ ਇੰਟਰੈਕਸ਼ਨ ਜਿਹੜਾ ਹੈ, ਤੁਹਾਡੇ ਸਟੂਡੈਂਟਸ ਨਾਲ ਜਿਹੜਾ ਇੰਟਰੈਕਸ਼ਨ ਤੁਹਾਡਾ ਹੁੰਦਾ ਹੈ ਉਹ ਫੇਸ ਟੂ ਫੇਸ ਕਮਿਊਨੀਕੇਸ਼ਨ ਹੈ। ਤੁਸੀਂ ਟਰਮਸ ਨੂੰ ਡਿਕਟੇਟ ਕਰਦੇ ਹੋ, ਤੁਹਾਡੇ ਸਟੂਡੈਂਟਸ ਉਹਨਾਂ ਟਰਮਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਇਹ ਜਿਹੜਾ ਕਨਸੈਪਟ ਹੈ ਟ੍ਰੈਡੀਸ਼ਨਲ ਲਰਨਿੰਗ ਦਾ ਕਨਸੈਪਟ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਆਨਲਾਈਨ ਲਰਨਿੰਗ, ਯਾਨੀ ਆਨਲਾਈਨ ਲਰਨਿੰਗ ਕੀ ਹੁੰਦੀ ਹੈ। ਇਸ ਨੂੰ ਵੀ ਆਪਾਂ ਡਾਇਗ੍ਰਾਮ ਦੇ ਥਰੂ, ਤਸਵੀਰ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਨਲਾਈਨ ਲਰਨਿੰਗ ਦੇ ਵਿੱਚ ਤੁਸੀਂ ਇੱਕ ਪਿਕਚਰ ਦੇਖ ਰਹੇ ਹੋ, ਇੱਕ ਬੱਚਾ ਜੋ ਹੈ ਉਹ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠਾ ਹੋਇਆ ਹੈ। ਉਹ ਕੋਈ ਨਾ ਕੋਈ ਵੀਡੀਓ ਜਿਹੜੀ ਉਹਦੀ ਪੜ੍ਹਾਈ ਨਾਲ ਸੰਬੰਧਿਤ ਹੈ ਉਸ ਨੂੰ ਸੁਣ ਰਿਹਾ ਹੈ, ਹੈੱਡਫੋਨਸ ਦੀ ਸਹਾਇਤਾ ਨਾਲ ਉਸ ਨੂੰ ਸੁਣ ਰਿਹਾ ਹੈ ਤੇ ਆਪਣੇ ਨੋਟਸ ਨਾਲ ਦੀ ਨਾਲ ਪ੍ਰਪੇਅਰ ਕਰ ਰਿਹਾ ਹੈ। ਇੱਕ ਐਗਜ਼ਾਮਪਲ ਹੈ ਆਨਲਾਈਨ ਲਰਨਿੰਗ ਦੀ। ਇੱਕ ਹੋਰ ਤਸਵੀਰ ਤੁਸੀਂ ਦੇਖ ਲਓ, ਕੋਈ ਵੱਡੀ ਉਮਰ ਦਾ ਬਜ਼ੁਰਗ ਹੈ ਜਾਂ ਪੜ੍ਹਨ ਵਾਲਾ ਕੋਈ ਹੋਰ ਜਾਂ ਕਨਸੈਪਟ ਨੂੰ ਜਾਣਨ ਵਾਲਾ ਕੋਈ ਹੋਰ ਇਨਸਾਨ ਜਿਹੜਾ ਹੈ ਲੈਪਟਾਪ ਦੀ ਸਹਾਇਤਾ ਨਾਲ ਈ ਲਰਨਿੰਗ ਕੰਟੈਂਟ ਨੂੰ ਜਿਹੜਾ ਦੇਖ ਰਿਹਾ ਹੈ। ਈ ਲਰਨਿੰਗ ਕੰਟੈਂਟ ਜਿਹੜੇ ਹੁੰਦੇ ਨੇ ਇਲੈਕਟ੍ਰੋਨਿਕ ਮੀਡੀਆ ਦੀ ਸਹਾਇਤਾ ਨਾਲ ਜੋ ਲਰਨਿੰਗ ਕੰਟੈਂਟ ਤੁਹਾਨੂੰ ਮਿਲਦੇ ਹਨ। ਤਾਂ ਐਗਜ਼ਾਮਪਲ ਤੁਸੀਂ ਆਪਣੀ ਵੀ ਲੈ ਸਕਦੇ ਹੋ। ਤੁਸੀਂ ਮੋਬਾਈਲ ਫੋਨ ਦੀ ਵਰਤੋਂ ਕਰਕੇ ਪੜ੍ਹਦੇ ਹੋ, ਤੁਸੀਂ ਆਈਪੈਡ ਦੀ ਵਰਤੋਂ ਕਰਕੇ ਪੜ੍ਹਦੇ ਹੋ, ਕੰਪਿਊਟਰ ਸਿਸਟਮ ਦੀ ਵਰਤੋਂ ਕਰਕੇ ਪੜ੍ਹਦੇ ਹੋ, ਜਾਂ ਕੋਈ ਕਨਸੈਪਟ ਜਿਹੜਾ ਹੈ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਦੀ ਸਹਾਇਤਾ ਨਾਲ ਤੁਹਾਡੇ ਸਾਹਮਣੇ ਤੁਹਾਨੂੰ ਆਉਂਦਾ ਹੈ, ਤੁਸੀਂ ਕੋਈ ਆਡੀਓ ਸੁਣਦੇ ਹੋ, ਕੋਈ ਵੀਡੀਓ ਦੇਖਦੇ ਹੋ, ਉਹ ਆਨਲਾਈਨ ਲਰਨਿੰਗ ਕਨਸੈਪਟ ਹੁੰਦਾ ਹੈ। ਡਿਜੀਟਲ ਕੰਟੈਂਟ ਜਾਂ ਮੀਡੀਆ ਕੀ ਹੁੰਦਾ ਹੈ, ਇਸ ਨੂੰ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਇਹਦੇ ਲਈ ਵੀ ਇੱਕ ਤਸਵੀਰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਡਿਜੀਟਲ ਮੀਡੀਆ ਜਾਂ ਡਿਜੀਟਲ ਕੰਟੈਂਟ ਕੀ ਹੁੰਦਾ ਹੈ। ਜਿਹੜਾ ਲਰਨਿੰਗ ਕੰਟੈਂਟ ਤੁਹਾਨੂੰ ਡਾਇਗ੍ਰਾਮ ਤੁਸੀਂ ਦੇਖੋ ਟੈਲੀਵਿਜ਼ਨ ਦੀ ਸਹਾਇਤਾ ਨਾਲ ਤੁਹਾਡੇ ਸਾਹਮਣੇ ਆਉਂਦਾ ਹੈ,
ਜਾਂ ਜਿਹੜਾ ਲਰਨਿੰਗ ਕੰਟੈਂਟ ਤੁਸੀਂ ਰੇਡੀਓ ਦੀ ਸਹਾਇਤਾ ਨਾਲ ਸੁਣਦੇ ਹੋ, ਜਾਂ ਜਿਹੜਾ ਲਰਨਿੰਗ ਕੰਟੈਂਟ ਤੁਸੀਂ ਵੈਬਸਾਈਟਸ ਦੇ ਉੱਤੇ ਦੇਖਦੇ ਹੋ, ਸੋਸ਼ਲ ਮੀਡੀਆ ਫੇਸਬੁੱਕ ਹੈ, ਵਟਸਐਪ ਹੈ, ਉਸ ਦੀ ਸਹਾਇਤਾ ਨਾਲ ਤੁਸੀਂ ਕੋਈ ਲਰਨਿੰਗ ਕੰਟੈਂਟ ਦੇਖਦੇ ਹੋ, ਈਮੇਲ ਹੈ ਸਾਡੇ ਕੋਲ, SMS ਹੈ, ਕੋਈ ਬਲੌਗ ਪੜ੍ਹਦੇ ਹੋ ਤੁਸੀਂ, ਕੋਈ ਮੋਬਾਈਲ ਐਪ ਯੂਜ਼ ਕਰਦੇ ਹੋ, ਪੋਡਕਾਸਟ ਸਾਡੇ ਕੋਲ ਹੁੰਦੇ ਹਨ। ਇਹ ਜਿੰਨਾ ਵੀ ਲਰਨਿੰਗ ਕੰਟੈਂਟ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਸਹਾਇਤਾ ਨਾਲ ਮਿਲਦਾ ਹੈ, ਉਹ ਡਿਜੀਟਲ ਕੰਟੈਂਟ ਹੁੰਦਾ ਹੈ, ਡਿਜੀਟਲ ਮੀਡੀਆ ਹੁੰਦਾ ਹੈ, ਜਿਹਦੇ ਵਿੱਚ ਕਿਸੇ ਨਾ ਕਿਸੇ ਇਲੈਕਟ੍ਰੋਨਿਕ ਡਿਵਾਈਸ ਯਾਨੀ ਟੈਲੀਵਿਜ਼ਨ ਦੀ ਵਰਤੋਂ, ਰੇਡੀਓ ਦੀ ਵਰਤੋਂ, ਕੰਪਿਊਟਰ ਸਿਸਟਮ ਦੀ ਵਰਤੋਂ, ਇਲੈਕਟ੍ਰੋਨਿਕ ਡਿਵਾਈਸ ਯਾਨੀ ਮੋਬਾਈਲ ਫੋਨ ਦੀ ਵਰਤੋਂ ਹੋ ਰਹੀ ਹੈ। ਤਾਂ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਡਿਜੀਟਲ ਕੰਟੈਂਟ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹੋ। ਹਰ ਇਨਸਾਨ ਅੱਜ ਦੀ ਜ਼ਿੰਦਗੀ ਦੇ ਵਿੱਚ ਡਿਜੀਟਲ ਕੰਟੈਂਟ ਨਾਲ ਉਹਦਾ ਸਾਹਮਣਾ ਹੁੰਦਾ ਹੈ। ਚਾਹੇ ਤੁਸੀਂ ਕਿਸੇ ਨੂੰ ਕੋਈ SMS ਕਰ ਰਹੇ ਹੋ, WhatsApp ਦੇ ਉੱਤੇ ਮੈਸੇਜਿੰਗ ਕਰ ਰਹੇ ਹੋ, Facebook ਦੇਖ ਰਹੇ ਹੋ, ਇਹ ਡਿਜੀਟਲ ਕੰਟੈਂਟ ਜਾਂ ਡਿਜੀਟਲ ਮੀਡੀਆ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆਉਂਦਾ ਹੈ। ਹੁਣ ਇੱਕ ਨਵਾਂ ਕਨਸੈਪਟ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ, ਦਾ ਕਨਸੈਪਟ ਆਫ ਬਲੈਂਡਡ ਲਰਨਿੰਗ। ਬਲੈਂਡਡ ਲਰਨਿੰਗ ਕੀ ਹੁੰਦਾ ਹੈ, ਇਸ ਦੇ ਬਾਰੇ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਤੇ ਹਿੰਦੀ ਦੇ ਵਿੱਚ ਬਲੈਂਡਡ ਲਰਨਿੰਗ ਦਾ ਮੀਨਿੰਗ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਿੰਦੀ ਦੇ ਵਿੱਚ ਬਲੈਂਡਡ ਲਰਨਿੰਗ ਦਾ ਮਤਲਬ ਹੁੰਦਾ ਹੈ ਮਿਸ਼ਰਤ ਅਧਿਐਨ। ਪੰਜਾਬੀ ਦੇ ਵਿੱਚ ਬਲੈਂਡਡ ਲਰਨਿੰਗ ਦਾ ਮਤਲਬ ਹੁੰਦਾ ਹੈ ਮਿਸ਼ਰਤ ਸਿਖਲਾਈ। ਮਿਸ਼ਰਤ ਮੀਨਸ ਮਿਕਸਡ। ਇਸ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਚੈੱਕ ਕਰਦੇ ਹਾਂ ਸਿਨੋਨੀਅਮ ਕੀ ਹੁੰਦਾ ਹੈ ਬਲੈਂਡਡ ਲਰਨਿੰਗ ਦਾ। ਸਾਡੇ ਕੋਲ ਬਲੈਂਡਡ ਲਰਨਿੰਗ ਦਾ ਜਿਹੜਾ ਸਿਨੋਨੀਅਮ ਸਾਹਮਣੇ ਆ ਰਿਹਾ ਹੈ, ਇੱਕ ਪਾਸੇ ਮੈਂ ਬਲੈਂਡਡ ਲਿਖਿਆ ਹੈ, ਦੂਸਰੇ ਪਾਸੇ ਲਰਨਿੰਗ ਲਿਖਿਆ ਹੈ, ਤਾਂ ਉਸਦੇ ਮੀਨਿੰਗ ਜਿਹੜੇ ਸਿਨੋਨੀਅਮ ਦਾ ਮਤਲਬ ਹੁੰਦਾ ਹੈ ਉਸਦੇ ਮਿਲਦੇ ਜੁਲਦੇ ਸ਼ਬਦ। ਤਾਂ ਬਲੈਂਡਡ ਦਾ ਮਤਲਬ ਹੁੰਦਾ ਹੈ ਮਿਕਸਡ, ਮਰਜਡ, ਕੰਬਾਈਨਡ, ਇੰਟਰਮਿੰਗਲਡ, ਮਿੰਗਲਡ ਔਰ ਮੈਲਡਡ। ਔਰ ਲਰਨਿੰਗ ਦਾ ਮਤਲਬ ਸਾਡੇ ਕੋਲ ਹੋ ਸਕਦਾ ਹੈ ਨੌਲੇਜ, ਐਜੂਕੇਸ਼ਨ, ਵਿਜ਼ਡਮ, ਕਲਚਰ, ਬੁੱਕ ਲਰਨਿੰਗ, ਸਕਾਲਰਸ਼ਿਪ। ਭਾਵ ਮਿਸ਼ਰਤ ਸਿਖਲਾਈ, ਜਿਹੜਾ ਪਿੱਛੇ ਅਸੀਂ ਪਿਛਲੀ ਸਲਾਈਡ ਦੇ ਵਿੱਚ ਮੀਨਿੰਗ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਪੜ੍ਹਾਈ ਦਾ ਇੱਕ ਅਜਿਹਾ ਤਰੀਕਾ ਜਿਹੜਾ ਮਿਸ਼ਰਤ ਹੁੰਦਾ ਹੈ, ਮਿਕਸ ਹੁੰਦਾ ਹੈ। ਉਹ ਕਿਸ ਤਰ੍ਹਾਂ ਮਿਕਸ ਹੁੰਦਾ ਹੈ, ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਲੈਂਡਡ ਕਿਵੇਂ ਹੁੰਦਾ ਹੈ, ਬਲੈਂਡ ਕਿਵੇਂ ਹੁੰਦਾ ਹੈ ਲਰਨਿੰਗ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੰਟਰੋਡਕਸ਼ਨ ਦੇਖਦੇ ਹਾਂ ਬਲੈਂਡਡ ਲਰਨਿੰਗ ਦੀ, ਇੱਕ ਡੈਫੀਨੇਸ਼ਨ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਸਾਹਮਣੇ ਇੱਕ ਮੈਂ ਬਲੈਂਡਡ ਲਰਨਿੰਗ ਦੀ ਡੈਫੀਨੇਸ਼ਨ ਰੱਖੀ ਹੈ, ਇਸ ਨੂੰ ਪੜ੍ਹਦੇ ਹਾਂ। Blended learning is an approach to learning that combines face-to-face and online learning experiences। ਪੜ੍ਹਾਈ ਦਾ, ਸਿਖਲਾਈ ਦਾ ਇੱਕ ਅਜਿਹਾ ਤਰੀਕਾ ਜਿਸ ਦੇ ਵਿੱਚ ਸਾਡੇ ਕੋਲੇ ਫੇਸ ਟੂ ਫੇਸ ਇੰਟਰੈਕਸ਼ਨ ਵੀ ਹੁੰਦਾ ਹੈ ਔਰ ਆਨਲਾਈਨ ਜਿਹੜੀ ਲਰਨਿੰਗ ਐਕਸਪੀਰੀਅੰਸ ਵੀ ਸਾਨੂੰ ਪੜ੍ਹਾਈ ਦੇ ਵਿੱਚ ਨਜ਼ਰ ਆਉਂਦਾ ਹੈ, ਉਸ ਨੂੰ ਅਸੀਂ ਬਲੈਂਡਡ ਲਰਨਿੰਗ ਕਹਿ ਸਕਦੇ ਹਾਂ। ਇੱਕ ਹੋਰ ਡੈਫੀਨੇਸ਼ਨ ਪੜ੍ਹਦੇ ਹਾਂ। Blended learning is also known as hybrid learning, is a method of teaching that integrates technology and digital media with traditional instructor-led classroom activities, giving students more flexibility to customize their learning experiences। ਪੜ੍ਹਾਈ ਦਾ ਇੱਕ ਅਜਿਹਾ ਤਰੀਕਾ ਜਿਸ ਨੂੰ ਹਾਈਬ੍ਰਿਡ ਲਰਨਿੰਗ ਵੀ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਅਸੀਂ ਇਕੱਠਾ ਕਰਦੇ ਹਾਂ ਫੇਸ ਟੂ ਫੇਸ ਜਿਹੜਾ ਇੰਸਟਰਕਟਰ ਲੈਡ ਯਾਨੀ ਜਿਹੜਾ ਸਾਡਾ ਪੜ੍ਹਾਉਣ ਦਾ ਟ੍ਰੈਡੀਸ਼ਨਲ ਤਰੀਕਾ ਹੁੰਦਾ ਹੈ, ਪੁਰਾਤਨ ਸਮੇਂ ਦੇ ਵਿੱਚ ਪ੍ਰਯੋਗ ਹੋਣ ਵਾਲਾ ਤਰੀਕਾ, ਜਿਸ ਦੇ ਵਿੱਚ ਸਟੂਡੈਂਟ ਦਾ ਤੇ ਟੀਚਰ ਦਾ ਫੇਸ ਟੂ ਫੇਸ ਇੰਟਰੈਕਸ਼ਨ ਹੁੰਦਾ ਹੈ, ਔਰ ਉਸ ਦੇ ਨਾਲ ਅਸੀਂ ਕੰਬਾਈਨ ਕਰ ਦਿੰਦੇ ਹਾਂ ਆਪਣੇ ਆਨਲਾਈਨ ਕਨਸੈਪਟ, ਯਾਨੀ ਆਨਲਾਈਨ ਜਿਹੜੀ ਪੜ੍ਹਾਈ ਅਸੀਂ ਡਿਜੀਟਲ ਮੀਡੀਆ ਨੂੰ ਦੀ ਵਰਤੋਂ ਕਰਕੇ ਕਰਦੇ ਹਾਂ। ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਇਕੱਠਾ ਕਰ ਦਿੰਦੇ ਹਾਂ ਤਾਂ ਉਹ ਬਣ ਜਾਂਦਾ ਹੈ ਬਲੈਂਡਡ ਲਰਨਿੰਗ ਕਨਸੈਪਟ। ਤਾਂ ਬਲੈਂਡਡ ਲਰਨਿੰਗ ਕੀ ਹੁੰਦੀ ਹੈ, ਡਾਇਗਰਾਮ ਦੇ ਥਰੂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਡਾਇਗਰਾਮ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਪਹਿਲਾਂ ਬਲੈਂਡਡ ਲਰਨਿੰਗ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਹਮਣੇ ਇੱਕ ਤੁਸੀਂ ਡੈਫੀਨੇਸ਼ਨ ਦੇਖੋ, ਬਲੈਂਡਡ ਲਰਨਿੰਗ ਇਜ਼ ਆਲਸੋ ਨੋਨ ਐਜ਼ ਫਿਜ਼ੀਕਲ। ਇਹ ਸ਼ਬਦ ਤੁਹਾਡੇ ਲਈ ਨਵਾਂ ਹੈ, ਫਿਜ਼ੀਕਲ। ਫਿਜ਼ੀਕਲ ਲਰਨਿੰਗ ਕੀ ਹੁੰਦਾ ਹੈ, ਇਹਨੂੰ ਆਪਾਂ ਤੋੜ ਕੇ ਪੜ੍ਹਦੇ ਹਾਂ, ਇਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪੜ੍ਹਦੇ ਹਾਂ। The word physical is equal to physical appearance plus digital content।
ਪੜ੍ਹਾਈ ਦਾ ਸਿਖਲਾਈ ਦਾ ਇੱਕ ਅਜਿਹਾ ਤਰੀਕਾ ਜਿਸ ਦੇ ਵਿੱਚ ਟੀਚਰ ਦਾ ਫਿਜ਼ੀਕਲ ਅਪੀਅਰੈਂਸ ਵੀ ਹੈ ਔਰ ਤੁਸੀਂ ਪੜ੍ਹ ਕਿੱਥੋਂ ਰਹੇ ਹੋ, ਡਿਜੀਟਲ ਕੰਟੈਂਟ ਦੀ ਸਹਾਇਤਾ ਨਾਲ ਵੀ ਪੜ੍ਹ ਰਹੇ ਹੋ, ਉਹਨੂੰ ਕਹਿੰਦੇ ਆ ਅਸੀਂ ਬਲੈਂਡਡ ਲਰਨਿੰਗ। ਥੋੜਾ ਜਿਹਾ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਜ਼ੀਕਲ ਪ੍ਰੈਜ਼ੈਂਸ ਆਫ ਟੀਚਰ ਐਂਡ ਸਟੂਡੈਂਟ ਲਰਨਿੰਗ ਥਰੂ ਡਿਜੀਟਲ ਕੰਟੈਂਟ that is recorded lectures or video etc। ਕਹਿਣ ਦਾ ਮੇਰਾ ਮਤਲਬ ਹੈ ਜੀ ਟੀਚਰ ਦਾ ਤੇ ਸਟੂਡੈਂਟ ਦਾ ਫਿਜ਼ੀਕਲ ਅਪੀਅਰੈਂਸ ਵੀ ਹੈ ਸਾਡੇ ਕੋਲੇ, ਔਰ ਜਿਹੜੇ ਸਟੂਡੈਂਟਸ ਹੈ ਉਹ ਆਨਲਾਈਨ ਕੰਟੈਂਟ ਜਾਂ ਡਿਜੀਟਲ ਕੰਟੈਂਟ, ਕੋਈ ਰਿਕਾਰਡਡ ਵੀਡੀਓ ਸੁਣਦੇ ਹਨ, ਕੋਈ ਰਿਕਾਰਡਡ ਲੈਕਚਰ ਸੁਣਦੇ ਹਨ, ਈ ਬੁੱਕ ਦਾ ਪ੍ਰਯੋਗ ਕਰਦੇ ਹਨ। ਉਸ ਨੂੰ ਅਸੀਂ ਬਲੈਂਡਡ ਲਰਨਿੰਗ ਕਨਸੈਪਟ ਵੀ ਕਹਿ ਸਕਦੇ ਹਾਂ। ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਡਾਇਗਰਾਮ ਦੇਖੋ ਜਿਹਦੇ ਵਿੱਚ ਤੁਹਾਨੂੰ ਦੋ ਸਰਕਲ ਨਜ਼ਰ ਆ ਰਹੇ ਹਨ। ਇੱਕ ਦੇ ਵਿੱਚ ਫੇਸ ਟੂ ਫੇਸ ਲਰਨਿੰਗ ਹੋ ਰਹੀ ਹੈ, ਦੂਸਰੇ ਦੇ ਵਿੱਚ ਆਨਲਾਈਨ ਲਰਨਿੰਗ ਲਈ ਆਪਾਂ ਕੰਪਿਊਟਰ ਨੂੰ ਦਰਸਾਇਆ ਹੈ। ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਇਕੱਠਾ ਕਰ ਦਿੰਦੇ ਹਾਂ ਤਾਂ ਉਹ ਬਣ ਜਾਂਦਾ ਹੈ ਬਲੈਂਡਡ ਲਰਨਿੰਗ। ਯਾਨੀ ਆਨਲਾਈਨ ਲਰਨਿੰਗ ਐਕਸਪੀਰੀਅੰਸ ਪਲੱਸ ਫਿਜ਼ੀਕਲ ਅਪੀਅਰੈਂਸ ਆਫ ਸਟੂਡੈਂਟ ਐਂਡ ਟੀਚਰ ਇਨ ਲਰਨਿੰਗ ਪ੍ਰੋਸੈਸ ਇਜ਼ ਕਾਲਡ ਬਲੈਂਡਡ ਲਰਨਿੰਗ। ਇੱਕ ਹੋਰ ਡਾਇਗਰਾਮ ਦੇਖਦੇ ਹਾਂ। ਇੱਕ ਇਸ ਦੇ ਵਿੱਚ ਤੁਸੀਂ ਤਿੰਨ ਸਰਕਲ ਤੁਹਾਨੂੰ ਨਜ਼ਰ ਆ ਰਹੇ ਹਨ। ਟਾਈਮ ਇਨ ਕਲਾਸਰੂਮ ਯਾਨੀ ਕਲਾਸਰੂਮ ਦੇ ਵਿੱਚ ਫੇਸ ਟੂ ਫੇਸ ਲਰਨਿੰਗ ਹੋ ਰਹੀ ਹੈ। ਇੰਡੀਪੈਂਡੈਂਟ ਲਰਨਿੰਗ ਯਾਨੀ ਬੱਚਾ ਘਰੇ ਆਨਲਾਈਨ ਪੜ੍ਹ ਰਿਹਾ ਹੈ ਮੋਬਾਈਲ ਦੀ ਵਰਤੋਂ ਕਰਕੇ ਜਾਂ ਕੰਪਿਊਟਰ ਸਿਸਟਮ ਦੀ ਵਰਤੋਂ ਕਰਕੇ। ਕੋਲੈਬੋਰੇਸ਼ਨ ਇਨ ਦਾ ਕਲਾਸਰੂਮ ਐਂਡ ਆਨਲਾਈਨ ਜਾਂ ਕਲਾਸਰੂਮ ਦੇ ਵਿੱਚ ਬੱਚੇ ਮਿਲ ਕੇ ਪੜ੍ਹ ਰਹੇ ਹਨ, ਡਿਸਕਸ ਕਰਕੇ ਪੜ੍ਹ ਰਹੇ ਹਨ ਆਨਲਾਈਨ ਜਾਂ ਇੱਕ ਦੂਜੇ ਨਾਲ ਡਿਸਕਸ ਕਰਕੇ ਕਿਸੇ ਈ ਲਰਨਿੰਗ ਕਨਸੈਪਟ ਨੂੰ ਦੇਖ ਰਹੇ ਹਨ। ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਇਕੱਠਾ ਕਰ ਦਿੰਦੇ ਹਾਂ, ਮਿਕਸ ਕਰਕੇ ਪੜ੍ਹਦੇ ਹਾਂ, ਉਹ ਕਨਸੈਪਟ ਬਣ ਜਾਂਦਾ ਹੈ ਬਲੈਂਡਡ ਲਰਨਿੰਗ। ਇੱਕ ਹੋਰ ਡਾਇਗਰਾਮ ਦੇਖਦੇ ਹਾਂ। ਇੱਕ ਇਨਸਾਨ ਜਦੋਂ ਕਲਾਸਰੂਮ ਦੇ ਵਿੱਚ ਪੜ੍ਹਦਾ ਹੈ, ਯਾਨੀ ਇੱਕ ਬੱਚਾ ਐਗਜ਼ਾਮਪਲ ਲਓ, ਉਹ ਕਲਾਸਰੂਮ ਦੇ ਵਿੱਚ ਪੜ੍ਹ ਕੇ ਆਇਆ ਹੈ, ਟੀਚਰ ਨੇ ਉਹਨੂੰ ਕੋਈ ਟਰਮ ਡਿਕਟੇਟ ਕੀਤੀ ਹੈ, ਉਸ ਤੋਂ ਬਾਅਦ ਉਸ ਕਨਸੈਪਟ ਨੂੰ ਉਹ ਆਨਲਾਈਨ ਵੀ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ, ਉਹਦੇ ਦਿਮਾਗ ਦੇ ਹਿੱਸੇ ਦੇ ਵਿੱਚ ਦੋਨੇ ਚੀਜ਼ਾਂ ਜਾਂਦੀਆਂ ਹਨ, ਤਾਂ ਉਹ ਕਨਸੈਪਟ ਜਿਹੜਾ ਹੁੰਦਾ ਹੈ ਉਹ ਬਲੈਂਡਡ ਲਰਨਿੰਗ ਕਨਸੈਪਟ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ। ਬਲੈਂਡਡ ਲਰਨਿੰਗ ਦੀ ਲੋੜ ਕਿਉਂ ਪੈ ਰਹੀ ਹੈ? ਨੀਡ ਆਫ ਬਲੈਂਡਡ ਲਰਨਿੰਗ। ਸਭ ਤੋਂ ਪਹਿਲਾਂ ਬੂਸਟਸ ਲਰਨਰਸ ਐਫੀਸ਼ੀਐਂਸੀ। ਬਲੈਂਡਡ ਲਰਨਿੰਗ ਜਿਹੜੀ ਹੈ, ਜਿਹੜਾ ਸਿੱਖਣ ਵਾਲਾ ਹੁੰਦਾ ਹੈ ਉਸ ਦੀ ਕਾਬਲੀਅਤ ਨੂੰ ਵਧਾਉਂਦੀ ਹੈ, ਇਸ ਲਈ ਇਸ ਦੀ ਲੋੜ ਹੈ। ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਦੀ ਹੈ। ਬਿਲਡ ਇੰਗੇਜਮੈਂਟ, ਸਟੂਡੈਂਟ ਦੀ ਤੇ ਟੀਚਰ ਦੀ ਇੰਗੇਜਮੈਂਟ ਨੂੰ, ਯਾਨੀ ਪੜ੍ਹਾਈ ਵੱਲ ਸਟੂਡੈਂਟ ਦਾ ਧਿਆਨ ਤੇ ਟੀਚਰ ਦੀ ਜਿਹੜੀ ਕੋਸ਼ਿਸ਼ ਹੈ ਉਹ ਇਕੱਠੀ ਹੁੰਦੀ ਹੈ। ਐਨਹਾਂਸ ਟੀਚਿੰਗ ਐਫਰਟਸ, ਬਲੈਂਡਡ ਲਰਨਿੰਗ ਦੀ ਸਹਾਇਤਾ ਨਾਲ ਜਿਹੜਾ ਟੀਚਰ ਹੈ, ਜਿਹੜਾ ਪੜ੍ਹਾਉਣ ਵਾਲਾ ਹੁੰਦਾ ਹੈ, ਉਹ ਆਪਣੀ ਟੀਚਿੰਗ ਦੀ ਜਿਹੜੀ ਕਾਬਲੀਅਤ ਹੈ ਉਸ ਨੂੰ ਵਧਾ ਸਕਦਾ ਹੈ। ਇੰਪਰੂਵਡ ਕੋਲੈਬੋਰੇਸ਼ਨ, ਯਾਨੀ ਟੀਚਰ ਦਾ ਤੇ ਸਟੂਡੈਂਟ ਦਾ ਜਿਹੜਾ ਕੋਲੈਬੋਰੇਸ਼ਨ ਹੈ ਉਸ ਦੇ ਵਿੱਚ ਸੁਧਾਰ ਆਉਂਦਾ ਹੈ। ਟੀਚਰ ਜ਼ਿਆਦਾ ਇਨਵੋਲਵ ਹੋ ਕੇ ਪੜ੍ਹਾਉਂਦਾ ਹੈ ਤੇ ਪੜ੍ਹਨ ਵਾਲਾ ਜਿਹੜਾ ਸਟੂਡੈਂਟ ਹੈ ਉਹ ਜ਼ਿਆਦਾ ਇਨਵੋਲਵ ਹੋ ਕੇ ਸਹੀ ਇਕਾਗਰਤਾ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਕੀਪਿੰਗ ਟਰੈਕ ਆਫ ਲਰਨਰਸ ਪ੍ਰੋਗਰੈਸ, ਬਲੈਂਡਡ ਲਰਨਿੰਗ ਦੀ ਸਹਾਇਤਾ ਨਾਲ ਜਿਹੜਾ ਇੱਕ ਟੀਚਰ ਹੈ ਉਹ ਆਪਣੇ ਸਟੂਡੈਂਟ ਦੀ ਜਿਹੜੀ ਪ੍ਰੋਗਰੈਸ ਹੈ ਉਸ ਤੇ ਨਜ਼ਰ ਰੱਖ ਸਕਦਾ ਹੈ। ਆਨਲਾਈਨ ਕਨਸੈਪਟ ਯੂਜ਼ ਕਰ ਸਕਦਾ ਹੈ। ਗੂਗਲ ਕਲਾਸਰੂਮ ਹੈ ਸਾਡੇ ਕੋਲੇ, ਜਾਂ ਸਾਡੇ ਕੋਲੇ ਆਨਲਾਈਨ ਹੋਰ ਮੈਥਡੋਲੋਜੀ ਉਹ ਯੂਜ਼ ਕਰ ਸਕਦਾ ਹੈ। ਆਨਲਾਈਨ ਕਲਾਸਿਸ ਲੈ ਸਕਦਾ ਹੈ। ਆਨਲਾਈਨ ਪਲੇਟਫਾਰਮ ਅਸੀਂ ਪੜ੍ਹਾਈ ਦੇ ਲਈ ਯੂਜ਼ ਕਰ ਸਕਦੇ ਹਾਂ। ਸਟੂਡੈਂਟ ਦੀ ਪ੍ਰੋਗਰੈਸ ਨੂੰ ਅਸੀਂ ਡਿਜੀਟਲ ਫਾਰਮ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹਾਂ ਕੰਪਿਊਟਰ ਸਿਸਟਮ ਦੇ ਅੰਦਰ। ਬੈਟਰ ਕਮਿਊਨੀਕੇਸ਼ਨ, ਟੀਚਰ ਦਾ ਤੇ ਸਟੂਡੈਂਟ ਦਾ ਜਿਹੜਾ ਬਲੈਂਡਡ ਲਰਨਿੰਗ ਦੀ ਸਹਾਇਤਾ ਨਾਲ ਜਿਹੜਾ ਕਮਿਊਨੀਕੇਸ਼ਨ ਹੈ ਉਸ ਦੇ ਵਿੱਚ ਸੁਧਾਰ ਆਉਂਦਾ ਹੈ, ਤਾਲਮੇਲ ਪੈਦਾ ਹੁੰਦਾ ਹੈ। ਹੁਣ ਅਸੀਂ ਪੜ੍ਹਦੇ ਹਾਂ ਬਲੈਂਡਡ ਲਰਨਿੰਗ ਦੇ ਕੀ ਫਾਇਦੇ ਸਾਨੂੰ ਹੁੰਦੇ ਹਨ, ਬੈਨੀਫਿਟਸ ਕਿਹੜੇ-ਕਿਹੜੇ ਹੁੰਦੇ ਹਨ। ਬਲੈਂਡਡ ਲਰਨਿੰਗ ਦੇ ਨਾਲ ਸਾਡਾ ਟਾਈਮ ਦੀ ਬਚਤ ਹੁੰਦੀ ਹੈ। ਬਲੈਂਡਡ ਲਰਨਿੰਗ ਦੇ ਨਾਲ ਫਲੈਕਸੀਬਿਲਿਟੀ ਸਾਡੇ ਸਾਹਮਣੇ ਆਉਂਦੀ ਹੈ। ਬਲੈਂਡਡ ਲਰਨਿੰਗ ਦੇ ਨਾਲ ਕਾਸਟ ਰਿਡਕਸ਼ਨ, ਯਾਨੀ ਕਿ ਡਿਜੀਟਲ ਕੰਟੈਂਟ ਨੂੰ ਅਸੀਂ ਇੱਕ ਵਾਰੀ ਬਣਾ ਕੇ ਉਸ ਦੀ ਪ੍ਰਯੋਗ ਉਸਦਾ ਜਿਹੜਾ ਹੈ ਵਾਰ-ਵਾਰ ਕਰ ਸਕਦੇ ਹਾਂ। ਬਲੈਂਡਡ ਲਰਨਿੰਗ ਦੇ ਨਾਲ ਅਸੀਂ ਇਫੈਕਟਿਵ ਲਰਨਿੰਗ ਦੇ ਵੱਲ ਜਾ ਸਕਦੇ ਹਾਂ। ਲਰਨਰ ਦੀ ਜਿਹੜੀ ਇੰਗੇਜਮੈਂਟ ਹੈ, ਲਰਨਰ ਦਾ ਜਿਹੜੀ ਤਵੱਜੋ ਹੈ ਉਹ ਵਧਾ ਸਕਦੇ ਹਾਂ। ਬਲੈਂਡਡ ਲਰਨਿੰਗ ਦੇ ਨਾਲ ਅਸੀਂ ਮੋਨੀਟਰਿੰਗ ਕਰ ਸਕਦੇ ਹਾਂ, ਯਾਨੀ ਕਿ ਸਟੂਡੈਂਟ ਦੀ ਜਿਹੜੀ ਪ੍ਰੋਗਰੈਸ ਹੈ ਉਸ ਤੇ ਨਜ਼ਰ ਬਣਾ ਕੇ ਰੱਖ ਸਕਦੇ ਹਾਂ। ਤਾਂ ਕਹਿਣ ਦਾ ਭਾਵ ਬਲੈਂਡਡ ਲਰਨਿੰਗ ਦੇ ਨਾਲ ਸਾਡੀ ਐਫੀਸ਼ੀਐਂਸੀ,
ਸਾਡੀ ਐਨਹਾਂਸਮੈਂਟ ਐਜ਼ ਅ ਟੀਚਰ ਹੁੰਦੀ ਹੈ। ਸਟੂਡੈਂਟ ਦੀ ਇਕਾਗਰਤਾ ਦੇ ਵਿੱਚ ਵਾਧਾ ਹੋ ਸਕਦਾ ਹੈ, ਸਟੂਡੈਂਟਸ ਨੂੰ ਨਵੇਂ ਤਰੀਕਿਆਂ ਨਾਲ ਪੜ੍ਹਾਇਆ ਜਾ ਸਕਦਾ ਹੈ। ਇਹ ਜਿਹੜੇ ਬੈਨੀਫਿਟ ਹੈ ਸਾਨੂੰ ਬਲੈਂਡਡ ਲਰਨਿੰਗ ਦੇ ਨਾਲ ਮਿਲ ਜਾਂਦੇ ਹਨ ਤੇ ਈ ਕੰਟੈਂਟ ਜਿਹੜਾ ਅਸੀਂ ਸਟੂਡੈਂਟਸ ਨੂੰ ਪ੍ਰੋਵਾਈਡ ਕਰ ਸਕਦੇ ਹਾਂ, ਜਿਹਦੇ ਨਾਲ ਉਹਦੀ ਪੜ੍ਹਾਈ ਦੇ ਵਿੱਚ ਦਿਲਚਸਪੀ ਜਿਹੜੀ ਹੈ ਵੱਧ ਜਾਂਦੀ ਹੈ। ਬਲੈਂਡਡ ਲਰਨਿੰਗ ਦੇ ਵਿੱਚ ਕੰਸਟ੍ਰੇਂਟਸ ਜਾਂ ਰੁਕਾਵਟਾਂ ਕਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਦੇਖਦੇ ਹਾਂ। ਬਲੈਂਡਡ ਲਰਨਿੰਗ ਦੇ ਲਈ ਸਾਨੂੰ ਟੈਕਨੋਲੋਜੀ ਦੀ ਜਿਹੜੀ ਨੌਲੇਜ ਹੈ ਉਹ ਬਹੁਤ ਜ਼ਰੂਰੀ ਹੈ। ਜਿਹੜੇ ਸਟੂਡੈਂਟ ਨੂੰ ਟੈਕਨੋਲੋਜੀ ਦੀ ਨੌਲੇਜ ਨਹੀਂ ਹੈ ਉਹ ਬਲੈਂਡਡ ਲਰਨਿੰਗ ਕਨਸੈਪਟ ਨੂੰ ਨਹੀਂ ਸਮਝ ਸਕਦਾ। ਬਲੈਂਡਡ ਲਰਨਿੰਗ ਦੇ ਵਿੱਚ ਕਦੇ-ਕਦੇ ਸਟੂਡੈਂਟ ਜਿਹੜੇ ਈ ਕੰਟੈਂਟ ਨੂੰ ਸਮਝਣ ਦੇ ਵਿੱਚ ਅਸਮਰਥ ਹੋ ਜਾਂਦੇ ਹਨ। ਬਲੈਂਡਡ ਲਰਨਿੰਗ ਜਿਹੜੇ ਸਟੂਡੈਂਟ ਸਲੋ ਹੁੰਦੇ ਹਨ ਉਹਨਾਂ ਲਈ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੋ ਸਕਦਾ ਹੈ। ਬਲੈਂਡਡ ਲਰਨਿੰਗ ਦੇ ਨਾਲ ਕਈ ਵਾਰ ਸਟੂਡੈਂਟ ਜਿਹੜੇ ਆ ਅੱਕ ਜਾਂਦੇ ਹਨ, ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਹੈ। ਪੈਸਿਵਨੈਸ ਜਿਹੜੀ ਹੈ ਸਟੂਡੈਂਟਸ ਦੇ ਵਿੱਚ ਆ ਜਾਂਦੀ ਹੈ। ਕਈ ਸਟੂਡੈਂਟਸ ਨੂੰ ਇੰਟਰਨੈਟ ਦਾ ਪ੍ਰਯੋਗ ਕਰਨਾ ਨਹੀਂ ਆਉਂਦਾ, ਉਹ ਇੱਕ ਰੁਕਾਵਟ ਬਣ ਜਾਂਦੀ ਹੈ। ਜਾਂ ਕਈ ਸਟੂਡੈਂਟਸ ਕੋਲੇ ਇੰਟਰਨੈਟ ਦਾ ਜਿਹੜੀ ਸਹੂਲੀਅਤ ਹੈ ਨਹੀਂ ਹੁੰਦੀ, ਇਸ ਕਰਕੇ ਉਹ ਇੱਕ ਰੁਕਾਵਟ ਬਣ ਜਾਂਦੀ ਹੈ। ਟਾਈਪਸ ਆਫ ਬਲੈਂਡਡ ਲਰਨਿੰਗ, ਬਲੈਂਡਡ ਲਰਨਿੰਗ ਦੀਆਂ ਕਿਹੜੀਆਂ ਕਿਸਮਾਂ ਸਾਡੇ ਕੋਲੇ ਹੁੰਦੀਆਂ ਹਨ ਉਹਨਾਂ ਦੀ ਇੱਕ ਨਜ਼ਰ ਦੇਖਦੇ ਹਾਂ। ਬਲੈਂਡਡ ਲਰਨਿੰਗ ਦੀਆਂ ਸਾਡੇ ਕੋਲੇ ਕਾਫੀ ਸਾਰੀਆਂ ਟਾਈਪਸ ਹਨ, ਜਿਵੇਂ ਸਾਡੇ ਕੋਲੇ ਰੋਟੇਸ਼ਨਲ ਮਾਡਲ ਜਾਂ ਰੋਟੇਸ਼ਨ ਮਾਡਲ ਹੁੰਦਾ ਹੈ, ਫੇਸ ਟੂ ਫੇਸ ਡਰਾਈਵਰ, ਆਨਲਾਈਨ ਡਰਾਈਵਰ, ਇਨਰਿਕਟ ਵਰਚੁਅਲ ਮਾਡਲ, ਫਲੈਕਸ ਲਰਨਿੰਗ ਮਾਡਲ, ਫਲਿਪਡ ਕਲਾਸਰੂਮ ਮਾਡਲ, ਪ੍ਰੋਜੈਕਟ ਬੇਸਡ ਲਰਨਿੰਗ ਮਾਡਲ, ਇਨਸਾਈਡ ਆਊਟ ਲਰਨਿੰਗ ਮਾਡਲ, ਆਊਟਸਾਈਡ ਇਨ ਲਰਨਿੰਗ ਮਾਡਲ। ਕਾਫੀ ਤਰ੍ਹਾਂ ਦੀ ਬਲੈਂਡਡ ਲਰਨਿੰਗ ਸਾਡੇ ਕੋਲੇ ਡਾਇਗਰਾਮ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ। ਇਹਨਾਂ ਨੂੰ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੀ ਟਾਈਪ ਹੈ ਰੋਟੇਸ਼ਨ ਬੇਸ ਬਲੈਂਡਡ ਲਰਨਿੰਗ, ਯਾਨੀ ਰੋਟੇਸ਼ਨ ਬਲੈਂਡਡ ਲਰਨਿੰਗ। ਰੋਟੇਸ਼ਨ ਬਲੈਂਡਡ ਲਰਨਿੰਗ ਕੀ ਹੁੰਦੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਡਾਇਗਰਾਮ ਤੁਹਾਨੂੰ ਇੱਕ ਨਜ਼ਰ ਆ ਰਿਹਾ ਹੈ। ਸਾਡੇ ਕੋਲੇ 3 ਗਰੁੱਪ ਹਨ ਸਟੂਡੈਂਟਸ ਦੇ ਤੇ ਟੀਚਰ ਨੇ ਗਰੁੱਪ ਬਣਾਏ ਹੋਏ ਹਨ। ਤਾਂ ਸਾਡੇ ਕੋਲੇ ਰਿਸੋਰਸਿਸ ਵੀ ਹਨ। ਸਾਡੇ ਕੋਲੇ ਡੈਸਕਟਾਪ ਕੰਪਿਊਟਰ ਨੂੰ ਅਸੀਂ ਦਿਖਾਇਆ ਹੋਇਆ ਹੈ, ਈ ਕੰਟੈਂਟ ਨੂੰ ਅਸੀਂ ਦਿਖਾਇਆ ਹੋਇਆ ਜਾਂ ਬੁੱਕਸ ਨੂੰ ਅਸੀਂ ਦਿਖਾਇਆ ਹੋਇਆ ਹੈ। ਉੱਪਰ ਆਪਣੇ ਕੋਲੇ ਗਰੁੱਪ ਦੇ ਵਿੱਚ ਟਾਈਮ ਸਲੋਟ ਦਿੱਤਾ ਹੋਇਆ ਹੈ। ਟਾਈਮ ਸਲੋਟ ਤੁਹਾਨੂੰ 9 to 9:30, 9:30 to 10, 10 to 10:30 ਇਸ ਤਰੀਕੇ ਨਾਲ ਅਸੀਂ ਡਿਵਾਈਡ ਕੀਤਾ ਹੋਇਆ ਹੈ। ਤੁਸੀਂ ਦੇਖ ਪਾ ਰਹੇ ਹੋ ਜਿੰਨੇ ਵੀ ਰਿਸੋਰਸਿਸ ਹਨ ਉਹ ਜਿਹੜੇ 3 ਗਰੁੱਪ ਅਸੀਂ ਬਣਾਏ ਹਨ ਉਹਨਾਂ ਰਿਸੋਰਸਿਸ ਨੂੰ ਟਾਈਮ ਸਲੋਟ ਦੇ ਹਿਸਾਬ ਨਾਲ ਵਾਰ-ਵਾਰ ਯੂਜ਼ ਕਰ ਰਹੇ ਹਨ। ਗਰੁੱਪ 1 ਵੱਲ ਅਸੀਂ ਨਜ਼ਰ ਮਾਰਦੇ ਹਾਂ। 9 to 9:30 ਗਰੁੱਪ 1 ਜਿਹੜਾ ਹੈ ਉਹ ਕੰਪਿਊਟਰ ਦਾ ਪ੍ਰਯੋਗ ਕਰ ਰਿਹਾ ਹੈ। 9:30 ਤੋਂ 10 ਤੱਕ ਉਹ ਬੁੱਕਸ ਦਾ ਪ੍ਰਯੋਗ ਕਰ ਰਿਹਾ ਹੈ। 10 ਤੋਂ 10:30 ਤੱਕ ਜਿਹੜਾ ਟੀਚਰ ਹੈ ਟਰਮਸ ਨੂੰ ਡਿਕਟੇਟ ਕਰ ਰਿਹਾ ਹੈ। ਇਸ ਤਰੀਕੇ ਨਾਲ ਗਰੁੱਪ 2 ਦੀ ਜਿਹੜੀ ਵਾਰੀ ਹੈ ਉਸ ਦੇ ਵਿੱਚ ਪਹਿਲਾਂ ਟੀਚਰ ਡਿਕਟੇਟ ਕਰ ਰਿਹਾ ਹੈ, ਫਿਰ ਸੈਕਿੰਡ ਟਾਈਮ ਜਿਹੜੇ ਸਟੂਡੈਂਟਸ ਹਨ ਉਹ ਆਨਲਾਈਨ ਕਨਸੈਪਟ ਨੂੰ ਕੰਪਿਊਟਰ ਦੇ ਥਰੂ ਸਮਝ ਰਹੇ ਹਨ। ਉਸ ਤੋਂ ਬਾਅਦ ਉਹ ਬੁੱਕਸ ਦੀ ਸਹਾਇਤਾ ਨਾਲ ਆਪ ਪੜ੍ਹ ਰਹੇ ਹਨ। ਯਾਨੀ ਕਿ ਸਾਹਮਣੇ ਚਾਰਟ ਤੋਂ ਸਾਨੂੰ ਨਜ਼ਰ ਆ ਰਿਹਾ ਹੈ ਸਾਡੇ ਕੋਲੇ ਆਨਲਾਈਨ ਰਿਸੋਰਸਿਸ ਵੀ ਹੁੰਦੇ ਹਨ। ਉਹਨਾਂ ਰਿਸੋਰਸਿਸ ਨੂੰ ਜਾਂ ਸਾਡੇ ਕੋਲੇ ਟ੍ਰੈਡੀਸ਼ਨਲ ਲਰਨਿੰਗ ਰਿਸੋਰਸਿਸ ਹੁੰਦੇ ਹਨ। ਟਾਈਮ ਟੂ ਟਾਈਮ ਸਲੋਟ ਦੇ ਹਿਸਾਬ ਨਾਲ ਜਿਹੜੇ ਸਟੂਡੈਂਟਸ ਹੈ ਇਹਨਾਂ ਦਾ ਪ੍ਰਯੋਗ ਕਰਦੇ ਹਨ। ਉਸ ਨੂੰ ਕਹਿ ਦਿੰਦੇ ਹਨ ਸਟੇਸ਼ਨ ਰੋਟੇਸ਼ਨ ਚਾਰਟ, ਯਾਨੀ ਰੋਟੇਸ਼ਨ ਬਲੈਂਡਡ ਲਰਨਿੰਗ। ਫੇਸ ਟੂ ਫੇਸ ਬਲੈਂਡਡ ਲਰਨਿੰਗ ਕੀ ਹੁੰਦੀ ਹੈ? ਫੇਸ ਟੂ ਫੇਸ ਬਲੈਂਡਡ ਲਰਨਿੰਗ ਦੇ ਵਿੱਚ ਸਾਡੇ ਕੋਲੇ ਆਨਲਾਈਨ ਕਨਸੈਪਟ ਵੀ ਹੁੰਦੇ ਹਨ, ਟ੍ਰੈਡੀਸ਼ਨਲ ਲਰਨਿੰਗ ਕਨਸੈਪਟ ਵੀ ਹੁੰਦੇ ਹਨ। ਜਿਹੜਾ ਟੀਚਰ ਹੈ ਡਾਇਗਰਾਮ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਫੇਸ ਟੂ ਫੇਸ ਯਾਨੀ ਸਟੂਡੈਂਟਸ ਨਾਲ ਕਮਿਊਨੀਕੇਟ ਕਰਦਾ ਹੈ। ਉਹ ਫੇਸ ਟੂ ਫੇਸ ਸਟੂਡੈਂਟਸ ਦੇ ਜਿਹੜੇ ਡਾਊਟਸ ਹੈ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਟਰਮਸ ਨੂੰ ਡਿਕਟੇਟ ਕਰਦਾ ਹੈ, ਸਟੂਡੈਂਟਸ ਉਹਨੂੰ ਸੁਣਦੇ ਹਨ ਅਤੇ ਆਪਣੇ ਜਿਹੜੇ ਡਾਊਟ ਕਲੀਅਰ ਕਰਦੇ ਹਨ। ਟੀਚਰ ਦਾ ਪੜ੍ਹਾਉਣ ਦਾ ਤਰੀਕਾ ਫੇਸ ਟੂ ਫੇਸ ਬਲੈਂਡਡ ਲਰਨਿੰਗ ਦੇ ਵਿੱਚ ਟ੍ਰੈਡੀਸ਼ਨਲ ਵੀ ਹੋ ਸਕਦਾ ਹੈ ਔਰ ਆਨਲਾਈਨ, ਦੋਨੋਂ ਮਿਕਸ ਇਕੱਠੇ ਵੀ ਹੋ ਸਕਦੇ ਹਨ। ਭਾਵ ਕਲਾਸਰੂਮ ਦੇ ਵਿੱਚ ਟੀਚਰ ਜਿਹੜਾ ਆਨਲਾਈਨ ਕਨਸੈਪਟ ਨੂੰ ਅਤੇ ਟ੍ਰੈਡੀਸ਼ਨਲ ਤਰੀਕੇ ਨਾਲ ਵੀ ਪੜ੍ਹਾਈ ਕਰਵਾਉਂਦਾ ਹੈ, ਉਸ ਨੂੰ ਫੇਸ ਟੂ ਫੇਸ ਬਲੈਂਡਡ ਲਰਨਿੰਗ ਕਹਿੰਦੇ ਹਨ। ਬਲੈਂਡਡ ਲਰਨਿੰਗ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਹੈ ਮਿਕਸ ਅਪ ਹੁੰਦਾ ਹੈ ਟ੍ਰੈਡੀਸ਼ਨਲ ਲਰਨਿੰਗ ਕਨਸੈਪਟ ਦਾ ਤੇ ਆਨਲਾਈਨ ਲਰਨਿੰਗ ਐਕਸਪੀਰੀਅੰਸ ਦਾ। ਯਾਨੀ ਕਿ ਤੁਸੀਂ ਬਲੈਂਡਡ ਲਰਨਿੰਗ ਦੇ ਵਿੱਚ ਟ੍ਰੈਡੀਸ਼ਨਲ ਤਰੀਕੇ ਨਾਲ ਆਨਲਾਈਨ ਕਨਸੈਪਟਸ ਨੂੰ ਪ੍ਰਯੋਗ ਦੇ ਵਿੱਚ ਲੈ ਕੇ ਆਉਂਦੇ ਹੋ। ਆਨਲਾਈਨ ਬਲੈਂਡਡ ਲਰਨਿੰਗ ਕੀ ਹੁੰਦੀ ਹੈ? ਆਨਲਾਈਨ ਬਲੈਂਡਡ ਲਰਨਿੰਗ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਇੱਕ ਲੈਬ ਦੇ ਵਿੱਚ, ਯਾਨੀ ਇੱਕ ਕੰਪਿਊਟਰ ਲੈਬ ਸਾਡੇ ਕੋਲ ਇੰਸਟਾਲ ਕੀਤੀ ਹੋਈ ਹੈ। ਉਸ ਦੇ ਵਿੱਚ ਆਨਲਾਈਨ ਤਰੀਕੇ ਨਾਲ ਕੰਪਿਊਟਰ ਦੀ ਵਰਤੋਂ ਕਰਕੇ ਸਟੂਡੈਂਟਸ ਪੜ੍ਹਦੇ ਹਨ ਔਰ ਉਸੇ ਲੈਬ ਦੇ ਵਿੱਚ ਸਾਡੇ ਕੋਲ ਟੀਚਰ ਵੀ ਅਵੇਲੇਬਲ ਹੁੰਦਾ ਹੈ
ਜਿਹੜੇ ਕਿ ਡਾਊਟ ਜਿਹੜੇ ਸਟੂਡੈਂਟ ਦੇ ਹੁੰਦੇ ਹਨ ਉਹ ਟਾਈਮ ਟੂ ਟਾਈਮ ਉੱਥੇ ਉਹ ਟਰਮਸ ਨੂੰ ਡਿਕਟੇਟ ਕਰਕੇ ਦੂਰ ਕਰਦਾ ਹੈ। ਯਾਨੀ ਕਿ ਇੱਕ ਆਨਲਾਈਨ ਅਪਰੋਚ ਹੈ ਲਰਨਿੰਗ ਦੀ, ਜਿਹਦੇ ਵਿੱਚ ਫਿਜ਼ੀਕਲ ਕਲਾਸਰੂਮ ਜਾਂ ਲੈਬ ਹੁੰਦੀ ਹੈ, ਜਿਹਦੇ ਵਿੱਚ ਡਿਜੀਟਲ ਕੰਟੈਂਟ ਨੂੰ, ਡਿਜੀਟਲ ਮੀਡੀਆ ਨੂੰ ਇੰਟਰਨੈਟ ਦੀ ਸਹਾਇਤਾ ਨਾਲ ਲੈਪਟਾਪਸ ਦੇ ਉੱਤੇ, ਡੈਸਕਟਾਪ ਕੰਪਿਊਟਰ ਦੇ ਉੱਤੇ ਅਸੀਂ ਦੇਖਦੇ ਹਾਂ। ਔਰ ਸਾਡੇ ਕੋਲੇ ਸਾਡਾ ਕੰਪਿਊਟਰ ਇੰਸਟ੍ਰਕਟਰ ਉੱਥੇ ਅਵੇਲੇਬਲ ਹੁੰਦਾ ਹੈ, ਜਾਂ ਸਾਡਾ ਜਿਹੜਾ ਸਬਜੈਕਟ ਟੀਚਰ ਹੈ ਦੀ ਅਵੇਲੇਬਿਲਿਟੀ ਵੀ ਸਾਡੇ ਕੋਲ ਉੱਥੇ ਹੁੰਦੀ ਹੈ। ਇਨਰਿਕਟ ਜਾਂ ਇਨਰਿਚਡ ਵਰਚੁਅਲ ਮਾਡਲ ਕੀ ਹੁੰਦਾ ਹੈ? ਇਸ ਡਾਇਗਰਾਮ ਤੁਸੀਂ ਦੇਖ ਰਹੇ ਹੋ, ਜਿਸ ਦੇ ਵਿੱਚ ਸਾਡੇ ਕੋਲੇ ਜਿਹੜਾ ਤੁਸੀਂ ਡਾਇਗਰਾਮ ਦੇ ਦੋ ਪਾਰਟ ਨੇ, ਸਕੂਲ ਫੇਸ ਟੂ ਫੇਸ ਸਪਲੀਮੈਂਟੇਸ਼ਨ ਔਰ ਹੋਮ ਆਨਲਾਈਨ ਇੰਸਟਰਕਸ਼ਨ ਐਂਡ ਕੰਟੈਂਟ। ਕਹਿਣ ਦਾ ਭਾਵ ਜਿਹੜਾ ਬੱਚਾ ਹੈ ਘਰ ਦੇ ਵਿੱਚ ਆਨਲਾਈਨ ਕਨਸੈਪਟ ਨੂੰ ਪਹਿਲਾਂ ਪੜ੍ਹ ਕੇ ਆਉਂਦਾ ਹੈ, ਯਾਨੀ ਕਿ ਕਲਾਸ ਦੇ ਵਿੱਚ ਆਉਣ ਤੋਂ ਪਹਿਲਾਂ ਬੱਚਾ ਜਿੰਨੀ ਕਿ ਆਪਣੀ ਕੋਸ਼ਿਸ਼ ਦੇ ਨਾਲ, ਆਪਣੀ ਐਫਰਟ ਦੇ ਨਾਲ ਆਨਲਾਈਨ ਕੰਟੈਂਟ ਨੂੰ ਦੇਖਦਾ ਹੈ। ਟੀਚਰ ਉਸ ਨੂੰ ਪ੍ਰੋਵਾਈਡ ਕਰਦਾ ਹੈ ਆਨਲਾਈਨ ਕੰਟੈਂਟ, ਔਰ ਟੀਚਰ ਬੱਚੇ ਨੂੰ ਇੰਸਟਰਕਟ ਕਰਦਾ ਹੈ ਕਿ ਤੂੰ ਆਪਣੇ ਘਰ ਦੇ ਵਿੱਚ ਇਸ ਕੰਟੈਂਟ ਨੂੰ ਦੇਖੋ, ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਅਗਲੇ ਦਿਨ ਕਲਾਸਰੂਮ ਦੇ ਵਿੱਚ ਆ ਕੇ ਬੱਚਾ ਜਿਹੜਾ ਟੀਚਰ ਦੇ ਕੋਲ ਆਪਣੇ ਡਾਊਟਸ ਕਲੀਅਰ ਕਰਦਾ ਹੈ। ਇਸ ਨੂੰ ਅਸੀਂ ਇਨਰਿਕਡ ਵਰਚੁਅਲ ਮਾਡਲ ਵੀ ਬਲੈਂਡਡ ਲਰਨਿੰਗ ਦਾ ਕਹਿ ਸਕਦੇ ਹਾਂ। ਭਾਵ ਅਸੀਂ ਆਪਣੇ ਘਰ ਤੋਂ ਯਾਨੀ ਕਲਾਸਰੂਮ ਦੇ ਵਿੱਚ ਆਉਣ ਤੋਂ ਪਹਿਲਾਂ ਆਊਟਸਾਈਡ ਅਸੀਂ ਕਨਸੈਪਟ ਨੂੰ ਇੱਕ ਵਾਰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਬਾਅਦ ਜਿਹੜੇ ਸਾਡੇ ਡਾਊਟਸ ਹੁੰਦੇ ਹਨ ਉਸ ਨੂੰ ਅਸੀਂ ਨੋਟ ਡਾਊਨ ਕਰਦੇ ਹਾਂ, ਔਰ ਕਲਾਸਰੂਮ ਦੇ ਵਿੱਚ ਜਦੋਂ ਸਾਡੀ ਟੀਚਰ ਦੀ ਅਵੇਲੇਬਿਲਿਟੀ ਹੁੰਦੀ ਹੈ ਉੱਥੇ ਅਸੀਂ ਆਪਣੇ ਡਾਊਟ ਜਿਹੜੇ ਹੈ ਕਲੀਅਰ ਕਰਦੇ ਹਾਂ। ਉਸ ਮਾਡਲ ਨੂੰ ਅਸੀਂ ਇਨਰਿਕਡ ਵਰਚੁਅਲ ਮਾਡਲ ਵੀ ਕਹਿ ਦਿੰਦੇ ਹਾਂ। ਫਲੈਕਸ ਬਲੈਂਡਡ ਲਰਨਿੰਗ ਕੀ ਹੁੰਦੀ ਹੈ? ਫਲੈਕਸ ਬਲੈਂਡਡ ਲਰਨਿੰਗ ਦੇ ਵਿੱਚ ਸਾਡੇ ਕੋਲੇ ਆਨਲਾਈਨ ਕੰਟੈਂਟ ਵੀ ਮੌਜੂਦ ਹੁੰਦਾ ਹੈ। ਉਹ ਆਨਲਾਈਨ ਕੰਟੈਂਟ ਸਾਡੇ ਕੋਲੇ ਕਲਾਸਰੂਮ ਦੇ ਵਿੱਚ ਹੋ ਸਕਦਾ ਹੈ, ਬ੍ਰੇਕਆਊਟ ਰੂਮ ਯਾਨੀ ਕੋਈ ਐਕਸਟਰਾ ਰੂਮ ਬਣਾਇਆ ਹੋਇਆ ਉੱਥੇ ਅਵੇਲੇਬਲ ਹੋ ਸਕਦਾ ਹੈ, ਜਾਂ ਕੋਲੈਬੋਰੇਸ਼ਨ ਰੂਮ ਯਾਨੀ ਕਿ ਸਾਡੀ ਕੋਈ ਕੰਪਿਊਟਰ ਲੈਬ ਹੋ ਸਕਦੀ ਹੈ ਜਿੱਥੇ ਅਸੀਂ ਇਕੱਠੇ ਬੈਠੇ ਹੋਏ ਹਾਂ, ਜਾਂ ਇੱਕ ਸਾਡੀ ਜਿਹੜੀ ਕਲਾਸਰੂਮ ਹੈ ਜੋ ਜਿੱਥੇ ਕੋਈ ਵੀ ਸਟੱਡੀ ਸਪੇਸ ਹੈ ਉੱਥੇ ਸਾਡਾ ਟੀਚਰ ਵੀ ਅਵੇਲੇਬਲ ਹੁੰਦਾ ਹੈ, ਔਰ ਸਾਡੇ ਕੋਲੇ ਲਰਨਿੰਗ ਕੰਟੈਂਟ ਵੀ ਹੁੰਦਾ ਹੈ। ਉਹ ਕੰਟੈਂਟ ਜਿਹੜਾ ਸਾਡੇ ਕੋਲੇ ਆਨਲਾਈਨ ਵੀ ਹੋ ਸਕਦਾ ਹੈ, ਟ੍ਰੈਡੀਸ਼ਨਲ ਤਰੀਕੇ ਨਾਲ ਵੀ ਹੋ ਸਕਦਾ ਹੈ, ਜਿਹਦੇ ਵਿੱਚ ਸਾਡਾ ਟੀਚਰ ਜਿਹੜਾ ਦੀ ਮੌਜੂਦਗੀ ਹੁੰਦੀ ਹੈ। ਜਿਹੜੇ ਸਟੂਡੈਂਟ ਨੂੰ ਕੋਈ ਵੀ ਕਨਸੈਪਟ ਸਮਝ ਨਹੀਂ ਆਉਂਦਾ, ਟੀਚਰ ਉੱਥੇ ਉਸਦੇ ਡਾਊਟ ਕਲੀਅਰ ਕਰਦਾ ਹੈ। ਡਾਇਗਰਾਮ ਦੇ ਵਿੱਚ ਤੁਸੀਂ ਦੇਖੋ ਸਾਡੇ ਕੋਲੇ ਕੋਈ ਸਾਇੰਸ ਲੈਬ ਹੋ ਸਕਦੀ ਹੈ, ਬ੍ਰੇਕਆਊਟ ਰੂਮ ਯਾਨੀ ਕਿ ਕੋਈ ਸਪੈਸ਼ਲ ਰੂਮ ਸਟੂਡੈਂਟਸ ਦਾ ਜਿਹਦੇ ਵਿੱਚ 3 ਤੋਂ 4 ਬੱਚੇ ਜਾਂ 5 ਬੱਚੇ ਮੌਜੂਦ ਹੋ ਸਕਦੇ ਹਨ। ਸਾਡੇ ਕੋਲੇ ਜਾਂ ਅਸੀਂ ਇੰਟਰਵੈਂਸ਼ਨ ਰੂਮ ਜਾਂ ਜਿਹਦੇ ਵਿੱਚ ਅਸੀਂ ਡਿਸਕਸ਼ਨ ਰੂਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਵੀ ਬਣਾਇਆ ਹੋ ਸਕਦਾ ਹੈ, ਜਾਂ ਕੋਲੈਬੋਰੇਟਿਵ ਸਟੱਡੀ ਸਪੇਸ ਯਾਨੀ ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਦੀ ਗਿਣਤੀ ਹੋਵੇ। ਕਹਿਣ ਦਾ ਭਾਵ ਸਾਡੇ ਕੋਲ ਸਟੂਡੈਂਟਸ ਦੀ ਗਿਣਤੀ ਜਿਹੜੀ ਹੈ ਉਹ ਮਿਕਸਅਪ ਹੋ ਸਕਦੀ ਹੈ, 2 ਤੋਂ 4, 4 ਤੋਂ 8, ਜਾਂ ਆਪਣੇ ਹਿਸਾਬ ਨਾਲ ਜਿੰਨੇ ਵੀ ਸਟੂਡੈਂਟਸ ਦੇ ਡਾਊਟ ਹੁੰਦੇ ਹਨ ਤਾਂ ਉਹ ਟੀਚਰ ਕੋਲ ਜਾਂਦੇ ਹਨ। ਉਸ ਨੂੰ ਅਸੀਂ ਫਲੈਕਸ ਬਲੈਂਡਡ ਲਰਨਿੰਗ ਮਾਡਲ ਕਹਿ ਦਿੰਦੇ ਹਾਂ। ਫਲਿਪਡ ਕਲਾਸਰੂਮ ਦੇ ਵਿੱਚ ਕੀ ਹੁੰਦਾ ਹੈ, ਡਾਇਗਰਾਮ ਦੇ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਟ੍ਰੈਡੀਸ਼ਨਲ ਕਲਾਸਰੂਮ ਤੁਸੀਂ ਦੇਖ ਚੁੱਕੇ ਹੋ ਕਿ ਜਿਹੜਾ ਸਟੂਡੈਂਟ ਦਾ ਤੇ ਟੀਚਰ ਦਾ ਜਿਹੜਾ ਹੈ ਫੇਸ ਟੂ ਫੇਸ ਕਮਿਊਨੀਕੇਸ਼ਨ ਹੁੰਦਾ ਹੈ। ਜਿਹੜਾ ਟੀਚਰ ਹੈ ਆਪਣੇ ਨੋਟਸ ਪ੍ਰਿਪੇਅਰ ਕਰਕੇ ਲਿਆਉਂਦਾ ਹੈ, ਆਪਣੀਆਂ ਅਸਾਈਨਮੈਂਟਸ ਪ੍ਰਿਪੇਅਰ ਕਰਕੇ ਲਿਆਉਂਦਾ ਹੈ, ਔਰ ਕਲਾਸਰੂਮ ਦੇ ਵਿੱਚ ਫੇਸ ਟੂ ਫੇਸ ਕਮਿਊਨੀਕੇਸ਼ਨ ਦੇ ਰਾਹੀਂ ਉਹ ਟਾਊਨਸ ਨੂੰ ਡਿਕਟੇਟ ਕਰਦਾ ਹੈ। ਉਸ ਨੂੰ ਅਸੀਂ ਟ੍ਰੈਡੀਸ਼ਨਲ ਕਲਾਸਰੂਮ ਕਹਿ ਦਿੰਦੇ ਹਾਂ। ਡਾਇਗਰਾਮ ਦੇ ਤੁਸੀਂ ਦੇਖ ਪਾ ਰਹੇ ਹੋ ਅਪਰ ਸਾਈਡ ਦੇ ਵਿੱਚ। ਲੋਅਰ ਸਾਈਡ ਦੇ ਵਿੱਚ ਅਸੀਂ ਫਲਿਪ ਕਲਾਸਰੂਮ ਮਾਡਲ ਬਣਾਇਆ ਹੈ, ਜਿਸ ਦੇ ਵਿੱਚ ਸਾਡੇ ਕੋਲੇ ਜਿਹੜਾ ਇੰਸਟ੍ਰਕਟਰ ਹੈ ਜਾਂ ਜਿਹੜਾ ਟੀਚਰ ਹੈ ਸਾਡੇ ਕੋਲੇ ਉਹ ਆਪਣੇ ਰਿਕਾਰਡਡ ਲੈਕਚਰ ਕੰਟੈਂਟ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਹੈ, ਔਰ ਜਿਹੜੇ ਸਟੂਡੈਂਟਸ ਹੈ ਉਸ ਰਿਕਾਰਡਡ ਲੈਕਚਰ ਨੂੰ, ਡਿਜੀਟਲ ਕੰਟੈਂਟ ਨੂੰ, ਡਿਜੀਟਲ ਡਿਵਾਈਸ ਨੂੰ, ਜਿਹੜੇ ਡਿਜੀਟਲ ਕੰਟੈਂਟ ਰਿਕਾਰਡਡ ਫਾਰਮ ਦੇ ਵਿੱਚ ਹੈਗੇ ਆ ਉਸ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਥਰੂ, ਇਲੈਕਟ੍ਰੋਨਿਕ ਡਿਵਾਈਸ ਦੇ ਥਰੂ ਸੁਣਦੇ ਨੇ, ਅਰੇ ਉਹ ਸੁਣਨ ਤੋਂ ਬਾਅਦ ਆਪਣੇ ਡਾਊਟਸ ਜਿਹੜੇ ਆ ਟੀਚਰ ਕੋਲ ਜਿਹੜੇ ਆ ਉਹ ਕਲੀਅਰ ਕਰਦੇ ਨੇ। ਉਸ ਨੂੰ ਅਸੀਂ ਫਲਿਪਡ ਕਲਾਸਰੂਮ ਬਲੈਂਡਡ ਲਰਨਿੰਗ ਬੋਲ ਦਿੰਦੇ ਹਾਂ। ਪ੍ਰੋਜੈਕਟ ਬੇਸਡ ਜਾਂ ਪ੍ਰੋਬਲਮ ਬੇਸਡ ਬਲੈਂਡਡ ਲਰਨਿੰਗ ਕੀ ਹੁੰਦੀ ਹੈ? ਡਾਇਗਰਾਮ ਤੁਸੀਂ ਦੇਖੋ, ਟ੍ਰੈਡੀਸ਼ਨਲ ਲਰਨਿੰਗ ਨਾਲ ਕੰਪੇਅਰ ਕਰਦੇ ਹਾਂ ਇਸ ਨੂੰ। ਸਭ ਤੋਂ ਪਹਿਲਾਂ ਟੋਲਡ ਵਾਟ ਵੀ ਨੀਡ ਟੂ ਨੋ, ਯਾਨੀ ਕਿ ਟ੍ਰੈਡੀਸ਼ਨਲ ਤਰੀਕੇ ਨਾਲ ਟੀਚਰ ਦੱਸਦਾ ਹੈ ਕਿ ਤੁਸੀਂ ਕੀ ਪੜ੍ਹਨਾ ਹੈ, ਕੀ ਤੁਹਾਨੂੰ ਕਨਸੈਪਟ ਕੀ ਹੈ, ਤੁਹਾਡਾ ਟੌਪਿਕ ਕੀ ਹੈ। ਉਸ ਟੌਪਿਕ ਨੂੰ ਫਿਰ ਅਸੀਂ ਮੈਮੋਰਾਈਜ਼ ਕਰਦੇ ਹਾਂ। ਮੈਮੋਰਾਈਜ਼ ਕਰਨ ਤੋਂ ਬਾਅਦ ਪ੍ਰੋਬਲਮ ਅਸਾਈਨਡ ਟੂ ਇਲਿਟਰੇਟ ਹਾਊ ਟੂ ਯੂਜ਼ ਇਟ। ਉਸ ਤੋਂ ਬਾਅਦ ਜਿਹੜੀ ਪ੍ਰੋਬਲਮ, ਜਿਹੜਾ ਟੌਪਿਕ ਸਾਨੂੰ ਦੱਸਿਆ ਗਿਆ ਹੈ, ਟੀਚਰ ਉਸ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਰੱਖਦਾ ਹੈ।
ਸਾਨੂੰ ਦੱਸਦਾ ਹੈ ਕਿ ਇਸ ਪ੍ਰੋਬਲਮ ਨੂੰ ਕਿਵੇਂ ਸੋਲਵ ਕਰਨਾ ਹੈ ਜਾਂ ਇਸ ਪ੍ਰੋਬਲਮ ਦਾ ਪ੍ਰਯੋਗ ਜਿਹੜਾ ਹੈ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਕਿਵੇਂ ਕਰਨਾ ਹੈ। ਇਸ ਨੂੰ ਅਸੀਂ ਟ੍ਰੈਡੀਸ਼ਨਲ ਲਰਨਿੰਗ ਕਨਸੈਪਟ ਕਹਿ ਦਿੰਦੇ ਹਾਂ। ਪ੍ਰੋਬਲਮ ਬੇਸਡ ਲਰਨਿੰਗ ਦੇ ਵਿੱਚ ਕੀ ਹੁੰਦਾ ਹੈ, PBL ਦੇ ਵਿੱਚ ਕੀ ਹੁੰਦਾ ਹੈ, ਸਾਨੂੰ ਇੱਕ ਪ੍ਰੋਬਲਮ ਦੱਸੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਸਾਨੂੰ ਆਇਡੈਂਟੀਫਾਈ ਵਾਟ ਵੀ ਨੀਡ ਟੂ ਨੋ, ਉਸ ਤੋਂ ਬਾਅਦ ਉਸ ਪ੍ਰੋਬਲਮ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਕਿਹੜੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਲਰਨ ਐਂਡ ਅਪਲਾਈ ਇਟ ਟੂ ਸੋਲਵ ਦੀ ਪ੍ਰੋਬਲਮ। ਉਸ ਤੋਂ ਬਾਅਦ ਸਾਨੂੰ ਉਸ ਪ੍ਰੋਬਲਮ ਨੂੰ ਸੋਲਵ ਕਰਨ ਦਾ ਤਰੀਕਾ ਸਮਝਾਇਆ ਜਾਂਦਾ ਹੈ। ਇੱਕ ਵਾਰ ਦੁਬਾਰਾ ਫਿਰ ਦੇਖਦੇ ਹਾਂ। ਟ੍ਰੈਡੀਸ਼ਨਲ ਲਰਨਿੰਗ ਦੇ ਵਿੱਚ ਕੀ ਹੁੰਦਾ ਹੈ, ਟੋਲਡ ਵਾਟ ਵੀ ਨੀਡ ਟੂ ਨੋ, ਸਾਨੂੰ ਉਹ ਦੱਸਿਆ ਜਾਂਦਾ ਹੈ ਜੋ ਸਾਨੂੰ ਪਤਾ ਹੋਣਾ ਚਾਹੀਦਾ ਹੈ। ਫਿਰ ਅਸੀਂ ਉਸ ਕਨਸੈਪਟ ਨੂੰ ਮੈਮੋਰਾਈਜ਼ ਕਰਦੇ ਹਾਂ। ਮੈਮੋਰਾਈਜ਼ ਕਰਨ ਤੋਂ ਬਾਅਦ ਪ੍ਰੋਬਲਮ ਅਸਾਈਨ ਟੂ ਇਲਸਟ੍ਰੇਟ ਹਾਊ ਟੂ ਯੂਜ਼ ਇਟ, ਫਿਰ ਇੱਕ ਉਦਾਹਰਨ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਕਿ ਇਸ ਪ੍ਰੋਬਲਮ ਨੂੰ ਸੋਲਵ ਕਿਵੇਂ ਕਰਨਾ ਹੈ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਿਵੇਂ ਕਰਨਾ ਹੈ। ਇਹ ਟ੍ਰੈਡੀਸ਼ਨਲ ਤਰੀਕਾ ਹੋ ਗਿਆ। ਤਾਂ ਜਦੋਂ ਅਸੀਂ PBL ਫਾਰਮ ਦੇ ਵਿੱਚ ਉਸ ਨੂੰ ਪੜ੍ਹਦੇ ਹਾਂ, ਉਹ ਕਿਵੇਂ ਪੜ੍ਹ ਸਕਦੇ ਹਾਂ, ਪ੍ਰੋਬਲਮ ਸਾਨੂੰ ਇੱਕ ਅਸਾਈਨ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਆਇਡੈਂਟੀਫਾਈ ਵਾਟ ਵੀ ਨੀਡ ਟੂ ਨੋ, ਉਸ ਤੋਂ ਬਾਅਦ ਸਾਨੂੰ ਦੱਸਿਆ ਜਾਂਦਾ ਹੈ ਕਿ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਸਾਨੂੰ ਕਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਜਾਣਕਾਰੀ ਨੂੰ ਅਸੀਂ ਲਰਨ ਕਰਦੇ ਹਾਂ, ਸਿੱਖਦੇ ਹਾਂ, ਫਿਰ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਅਪਲਾਈ ਕਰਦੇ ਹਾਂ। ਇਨਸਾਈਡ ਆਊਟ ਬੇਸਡ ਬਲੈਂਡਡ ਲਰਨਿੰਗ। ਇਨਸਾਈਡ ਆਊਟ ਕੀ ਹੁੰਦੀ ਹੈ, ਇਸ ਨੂੰ ਡਾਇਗਰਾਮ ਦੇ ਥਰੂ ਸਮਝਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਸਾਡੀ ਡਾਇਗਰਾਮ ਤੁਸੀਂ ਦੇਖੋ, ਟੀਚਿੰਗ ਬਿਗਿਨਸ ਇਨਸਾਈਡ ਦਾ ਕਲਾਸਰੂਮ ਦੇ ਵਿੱਚ ਫੇਸ ਟੂ ਫੇਸ ਜਾਂ ਟ੍ਰੈਡੀਸ਼ਨਲ ਤਰੀਕੇ ਨਾਲ ਜਾਂ ਆਨਲਾਈਨ ਕੰਟੈਂਟ ਰਾਹੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਟੀਚਰ ਹੈ ਉਹ ਪੜ੍ਹਾਉਣਾ ਸ਼ੁਰੂ ਕਰਦਾ ਹੈ। ਟੀਚਰ ਨੂੰ ਸਟੂਡੈਂਟ ਸੁਣਦੇ ਨੇ, ਉਹਨੂੰ ਉਸਦੇ ਕਹੇ ਨੂੰ ਆਪਣੇ ਦਿਮਾਗ ਦੇ ਵਿੱਚ ਬੈਠਾਉਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਉਹ ਆਪਣੇ ਘਰ ਜਾਂਦੇ ਹਨ ਜਾਂ ਕਲਾਸਰੂਮ ਤੋਂ ਬਾਹਰ ਜਿਹੜਾ ਹੈ ਟੀਚਰ ਨੇ ਜੋ ਉਹਨਾਂ ਨੂੰ ਪੜ੍ਹਾਇਆ ਹੈ ਉਸ ਨੂੰ ਪੂਰੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਪੂਰੀ ਤਰ੍ਹਾਂ ਸਿੱਖ ਜਾਂਦੇ ਹਨ ਤਾਂ ਉਹਨਾਂ ਦਾ ਜਿਹੜਾ ਲਰਨਿੰਗ ਪ੍ਰੋਸੈਸ ਹੈ ਯਾਨੀ ਕਲਾਸਰੂਮ ਤੋਂ ਬਾਹਰ ਉਹ ਪੂਰਾ ਕਰਦੇ ਹਨ, ਯਾਨੀ ਕਿ ਜੋ ਟੀਚਰ ਨੇ ਉਹਨਾਂ ਨੂੰ ਪੜ੍ਹਾਇਆ ਹੈ ਉਸ ਦੀ ਪ੍ਰੈਕਟਿਸ ਉਹ ਕਰਦੇ ਹਨ। ਤਾਂ ਕਹਿਣ ਦਾ ਭਾਵ ਦਾ ਟੀਚਿੰਗ ਬਿਗਿਨਸ ਇਨਸਾਈਡ ਦਾ ਕਲਾਸਰੂਮ। ਜਿਹੜੀ ਟੀਚਿੰਗ ਹੈ ਯਾਨੀ ਪੜ੍ਹਾਉਣਾ ਜਿਹੜਾ ਸ਼ੁਰੂ ਕੀਤਾ ਜਾਂਦਾ ਹੈ ਕਲਾਸਰੂਮ ਦੇ ਵਿੱਚ ਟੀਚਰ ਦੁਆਰਾ ਸ਼ੁਰੂ ਕੀਤਾ ਜਾਂਦਾ ਹੈ। ਲਰਨਿੰਗ ਫਿਨਿਸ਼ਡ ਜਾਂ ਫਿਨਿਸ਼ਿਸ ਆਊਟਸਾਈਡ ਦਾ ਕਲਾਸਰੂਮ ਯੂਜ਼ਿੰਗ ਆਨਲਾਈਨ ਕੰਟੈਂਟ। ਸਟੂਡੈਂਟ ਜਿਹੜੇ ਹੈਗੇ ਆ ਜੋ ਟੀਚਰ ਨੇ ਉਹਨਾਂ ਨੂੰ ਦੱਸਿਆ ਹੈ ਉਸ ਨੂੰ ਪੂਰੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ ਕਲਾਸਰੂਮ ਤੋਂ ਬਾਹਰ ਆਨਲਾਈਨ ਕਨਸੈਪਟਸ ਨੂੰ ਯੂਜ਼ ਕਰਕੇ। ਆਊਟਸਾਈਡ ਇਨ ਬੇਸਡ ਬਲੈਂਡਡ ਲਰਨਿੰਗ। ਆਊਟਸਾਈਡ ਇਨ ਬੇਸਡ ਬਲੈਂਡਡ ਲਰਨਿੰਗ ਕੀ ਹੁੰਦੀ ਹੈ, ਇਸ ਨੂੰ ਵੀ ਅਸੀਂ ਡਾਇਗਰਾਮ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟੀਚਿੰਗ ਐਂਡ ਲਰਨਿੰਗ ਬਿਗਿਨਸ ਆਊਟਸਾਈਡ ਦਾ ਕਲਾਸਰੂਮ ਯੂਜ਼ਿੰਗ ਆਨਲਾਈਨ এনवायरमेंट, ਯਾਨੀ ਕਿ ਜਿਹੜਾ ਟੀਚਰ ਹੈ ਉਹ ਸਟੂਡੈਂਟ ਨੂੰ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਤੁਸੀਂ ਕਿਹੜਾ ਟੌਪਿਕ ਆਨਲਾਈਨ ਤਰੀਕੇ ਨਾਲ ਆਨਲਾਈਨ এনवायरमेंट ਦੇ ਵਿੱਚ ਪੜ੍ਹ ਕੇ ਆਉਣਾ ਹੈ। ਸਟੂਡੈਂਟਸ ਉਸ ਨੂੰ ਪੜ੍ਹ ਕੇ ਆਉਂਦੇ ਹਨ, ਉਹ ਆਪਣੇ ਘਰੇ ਵੀ ਪੜ੍ਹ ਸਕਦੇ ਹਨ ਜਾਂ ਕੰਪਿਊਟਰ ਲੈਬ ਦੇ ਵਿੱਚ ਪੜ੍ਹ ਸਕਦੇ ਹਨ ਜਾਂ ਕੋਲੈਬੋਰੇਸ਼ਨ ਤਰੀਕੇ ਨਾਲ ਇਕੱਠੇ ਹੋ ਕੇ ਵੀ ਪੜ੍ਹ ਸਕਦੇ ਹਨ। ਉਸ ਤੋਂ ਬਾਅਦ ਟੀਚਿੰਗ ਐਂਡ ਲਰਨਿੰਗ ਐਂਡਸ ਅਪ ਇਨਸਾਈਡ ਦਾ ਕਲਾਸਰੂਮ। ਉਸ ਤੋਂ ਬਾਅਦ ਜਿਹੜੇ ਵੀ ਬੱਚਿਆਂ ਦੇ ਡਾਊਟ ਹੁੰਦੇ ਹਨ ਉਹ ਕਲਾਸਰੂਮ ਦੇ ਵਿੱਚ ਟੀਚਰ ਦੁਆਰਾ ਦੂਰ ਕੀਤੇ ਜਾਂਦੇ ਹਨ। ਇਸ ਨੂੰ ਅਸੀਂ ਬੋਲ ਦਿੰਦੇ ਹਾਂ ਆਊਟਸਾਈਡ ਇਨ ਬੇਸਡ ਬਲੈਂਡਡ ਲਰਨਿੰਗ। ਸੂਟੇਬਿਲਿਟੀ ਕੀ ਹੁੰਦੀ ਹੈ ਵਿਦ ਰਿਸਪੈਕਟ ਟੂ ਟ੍ਰੇਨਿੰਗ ਸਕਿੱਲ। ਜਿੰਨੇ ਵੀ ਕਨਸੈਪਟ ਅਸੀਂ ਪੜ੍ਹੇ ਹਨ ਪਿੱਛੇ, ਜਿੰਨਾ ਵੀ ਟੌਪਿਕ ਅਸੀਂ ਜਿੰਨੀਆਂ ਵੀ ਸਲਾਈਡਸ ਦੇਖੀਆਂ ਹਨ ਉਹ ਸਾਡੇ ਟ੍ਰੇਨਿੰਗ ਸਕਿੱਲ ਨੂੰ ਕਿਸ ਤਰ੍ਹਾਂ ਇੰਪਰੂਵ ਕਰਦੇ ਹਨ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਲੈਂਡਡ ਲਰਨਿੰਗ ਇਨਕਰੀਜ਼ਸ ਦਾ ਇਫੈਕਟਿਵਨੈਸ ਆਫ ਯੂਰ ਟ੍ਰੇਨਿੰਗ। ਜਿਹੜੀ ਬਲੈਂਡਡ ਲਰਨਿੰਗ ਹੈ ਤੁਹਾਡੀ ਟ੍ਰੇਨਿੰਗ ਮੈਥਡੋਲੋਜੀ ਨੂੰ ਇੰਪਰੂਵ ਕਰਦੀ ਹੈ, ਤੁਹਾਡੀ ਇਫੈਕਟਿਵਨੈਸ ਨੂੰ ਵਧਾਉਂਦੀ ਹੈ। ਬਿਕੋਜ਼ concepts can be learned online and then reinforced in face-to-face sitting। ਕਹਿਣ ਦਾ ਭਾਵ ਕੀ ਹੈ, ਜਿਹੜੇ ਕਨਸੈਪਟ ਹੈ ਉਹ ਆਨਲਾਈਨ ਤਰੀਕੇ ਨਾਲ ਸਿੱਖੇ ਜਾਂਦੇ ਹਨ ਜਾਂ ਸਿਖਾਏ ਜਾਂਦੇ ਹਨ, ਫਿਰ ਫੇਸ ਟੂ ਫੇਸ ਸੈਟਿੰਗ ਦੇ ਨਾਲ ਯਾਨੀ ਫੇਸ ਟੂ ਫੇਸ ਕਮਿਊਨੀਕੇਸ਼ਨ ਦੇ ਨਾਲ ਉਹਨਾਂ ਕਨਸੈਪਟਸ ਨੂੰ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਬਿਠਾਇਆ ਜਾਂਦਾ ਹੈ। Difficult concepts are more easily assimilated। ਇਹ ਜਿਹੜਾ ਸ਼ਬਦ ਹੈ ਨਵਾਂ ਹੈ ਤੁਹਾਡੇ ਲਈ, assimilated, ਯਾਨੀ ਕਿ ਜਿਹੜੇ ਡਿਫਿਕਲਟ ਕਨਸੈਪਟ ਹੁੰਦੇ ਹਨ ਉਹ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਬਿਠਾਏ ਜਾਂਦੇ ਹਨ। ਐਂਡ ਡੈਜ਼ਿਗਨੇਟਡ ਬਾਈ EMPLOYEES। ਕਹਿਣ ਦਾ ਭਾਵ ਕੀ ਹੈ, ਬਲੈਂਡਡ ਲਰਨਿੰਗ ਦੀ ਸਹਾਇਤਾ ਨਾਲ ਆਨਲਾਈਨ ਕਨਸੈਪਟਸ ਦਾ ਪ੍ਰਯੋਗ ਕਰਕੇ ਅਸੀਂ ਕਨਸੈਪਟਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ
ਜਦੋਂ ਆਨਲਾਈਨ ਤਰੀਕੇ ਨਾਲ ਥੋੜੀ ਬਹੁਤ ਪਿਕਚਰ ਟੌਪਿਕ ਦੀ ਸਾਡੇ ਦਿਮਾਗ ਦੇ ਵਿੱਚ ਬਣ ਜਾਂਦੀ ਹੈ, ਉਸ ਤੋਂ ਬਾਅਦ ਉਸ ਨੂੰ ਫੇਸ ਟੂ ਫੇਸ ਕਮਿਊਨੀਕੇਸ਼ਨ ਦੇ ਨਾਲ ਅਸੀਂ ਹੋਰ ਵਧੀਆ ਤਰੀਕੇ ਨਾਲ ਉਸ ਦੀਆਂ ਐਗਜ਼ਾਮਪਲਸ ਜਿਹੜੀਆਂ ਰਿਪਰੈਜ਼ੈਂਟ ਕਰ ਸਕਦੇ ਹਾਂ ਸਟੂਡੈਂਟਸ ਦੇ ਸਾਹਮਣੇ। ਕਹਿਣ ਦਾ ਭਾਵ ਕੀ ਹੈ, ਬਲੈਂਡਡ ਲਰਨਿੰਗ ਸਾਡੀ ਟੀਚਿੰਗ ਸਕਿੱਲਸ ਨੂੰ ਇੰਪਰੂਵ ਕਰਦੀ ਹੈ। ਬਲੈਂਡਡ ਲਰਨਿੰਗ ਦੇ ਨਾਲ ਅਸੀਂ ਆਨਲਾਈਨ ਕੰਟੈਂਟ ਨੂੰ, ਟ੍ਰੈਡੀਸ਼ਨਲ ਲਰਨਿੰਗ ਕਨਸੈਪਟਸ ਨੂੰ ਯੂਟਿਲਾਈਜ਼ ਕਰ ਸਕਦੇ ਹਾਂ, ਘੱਟ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹਾਂ। ਤਾਂ ਅੱਜ ਦੇ ਟਾਈਮ ਦੇ ਵਿੱਚ ਬਲੈਂਡਡ ਲਰਨਿੰਗ ਕਨਸੈਪਟ ਜਿਹੜੇ ਆ ਮੋਸਟ ਇੰਪੋਰਟੈਂਟ ਸਾਡੇ ਕੋਲ ਹਨ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਟੌਪਿਕ ਜਿਹੜਾ ਅੱਜ ਦਾ ਸਮਝ ਆਇਆ ਹੋਊਗਾ। ਬੈਸਟ ਆਫ ਲੱਕ ਫॉर योर ਫਿਊਚਰ। ਮੈਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ